प्यारे बच्चों, सब तो पहला सारिਆਂ ਨੂੰ प्यार भरी सत श्री अकाल। ਅੱਜ ਆਪਾਂ ਗੱਲ ਕਰਾਂਗੇ 5ਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 18 ਕਹੀ ਹੱਸ ਪਈ। ਇਸ ਪਾਠ ਨੂੰ ਪੜਾਂਗੇ ਅਤੇ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਵਾਂਗੇ। ਮੈਂ ਹੁਣ ਰੁੱਖ ਨਹੀਂ ਵੱਢ ਸਕਦਾ, ਕੁਹਾੜਾ ਬੋਲਿਆ। ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਚੀ ਪੈ ਗਿਆ। ਅਮਰੀਕ ਸਿੰਘ ਅੱਜ ਸੁਬਕਤੇ ਹੀ ਕਹੀ ਕੁਹਾੜਾ ਆਰੀ ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣ ਸਾਰ ਹੀ ਉਹ ਡਰ ਗਿਆ। ਪਤਾ ਨਹੀਂ ਕੀ ਸ਼ੈ ਬੋਲਦੀ ਹੈ। ਉਸ ਦੇ ਡਰ ਨਾਲ ਕੰਬਦੇ ਹੱਥਾਂ ਵਿੱਚੋਂ ਕੁਹਾੜਾ ਡਿੱਗ ਪਿਆ। ਉਹ ਤਰਬਕ ਕੇ ਪਿੱਛੇ ਨੂੰ ਹਟਦਾ ਹੋਇਆ ਕੁਹਾੜੇ ਨੂੰ ਬੋਲਿਆ, ਕੀ ਗੱਲ, ਤੂੰ ਰੁੱਖ ਕਿਉਂ ਨਹੀਂ ਵੱਢ ਸਕਦਾ? ਕੀ ਤੇਰੀ ਧਾਰ ਤਿੱਖੀ ਨਹੀਂ? ਧਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ਵੱਢਣ ਲਈ ਨਹੀਂ, ਕੁਹਾੜਾ ਧੀਰਜ ਨਾਲ ਬੋਲਿਆ। ਮੇਰਾ ਖੇਤ ਹੈ, ਮੇਰੇ ਦਾਦੇ ਦਾ ਲਾਇਆ ਰੁੱਖ ਹੈ, ਤੈਨੂੰ ਦੱਸ ਕੀ ਤਕਲੀਫ ਹੈ? ਅਮਰੀਕ ਸਿੰਘ ਨੇ ਆਪਣਾ ਹੱਕ ਜਤਾਇਆ। ਤਕਲੀਫ ਤਾਂ ਭਾਈ ਇਹ ਹੈ ਕਿ ਖੇਤ 'ਚ ਇੱਕੋ ਰੁੱਖ ਰਹਿ ਗਿਆ ਹੈ। ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲਣੇ ਕਿੱਥੇ ਪਾਉਣਗੇ? ਆਂਡੇ ਕਿੱਥੇ ਦੇਣਗੇ? ਮੀਂਹ ਹਨੇਰੀ ਵਿੱਚ ਕੀ ਬਣੂ ਉਹਨਾਂ ਦਾ? ਕੁਹਾੜੇ ਨੇ ਨਿੰਮ ਦੇ ਫੱਲੇ ਫੁੱਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ। ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ ਅਮਰੀਕ ਖੇਤ ਦੀ ਵੱਟ ਉੱਤੇ ਬੈਠ ਗਿਆ। ਇੰਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ। ਚੱਲ ਬਈ ਚਾਚਾ, ਤੇਰੀ ਇਸ ਨਿੰਮ ਨੂੰ ਵੱਢ ਸੁੱਟੀਏ। ਸੋਹਣ ਨੇ ਆਉਣ ਸਾਰ ਹੀ ਕਹੀ ਨੂੰ ਹੱਥ ਪਾ ਲਿਆ। ਸੋਹਣ ਅਜੇ ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਉਸ ਦੀਆਂ ਜੜ੍ਹਾਂ ਨੰਗੀਆਂ ਕਰਨ ਲਈ ਤਿਆਰ ਹੀ ਹੋਇਆ ਸੀ ਕਿ ਕਹੀ ਬੋਲ ਪਈ, ਸੋਹਣ ਸਿਆਂ, ਨਿੰਮ ਦੀਆਂ ਜੜ੍ਹਾਂ ਦੁਆਲਿਓਂ ਮੈਂ ਮਿੱਟੀ ਨਹੀਂ ਪੁੱਟਣੀ। ਸੋਹਣ ਸਿੰਘ ਨੂੰ ਕੁਝ ਨਾ ਸੁੱਝਿਆ। ਉਹ ਡੌਰ ਭੌਰ ਹੋਇਆ ਆਲੇ ਦੁਆਲੇ ਦੇਖਣ ਲੱਗ ਪਿਆ। ਚਾਚਾ, ਕਹੀ ਬੋਲਦੀ ਹੈ? ਉਹ ਹੈਰਾਨ ਪਰੇਸ਼ਾਨ ਹੋਇਆ ਅਮਰੀਕ ਸਿੰਘ ਕੋਲ ਆ ਗਿਆ। ਬੋਲਦੀ ਹੈ ਕਹੀ ਤੇਰੀ, ਕੰਮ ਕਰਨ ਦੀ ਨੀਤ ਨਹੀਂ ਤੇਰੀ, ਆਉਣ ਸਾਰ ਬਹਾਨੇ ਬਣਾਉਣ ਲੱਗ ਪਿਐ। ਦਲੀਪ ਸਿੰਘ ਨੇ ਸਿਰ ਉੱਤੇ ਪੱਗ ਲਪੇਟ ਕੇ ਉਸ ਦੇ ਹੱਥੋਂ ਕਹੀ ਫੜ ਲਈ। ਸੱਚੀ ਮੈਂ ਕਿਤੇ ਝੂਠ ਬੋਲਦਾ? ਮੈਨੂੰ ਆਵਾਜ਼ ਪਈ ਹੈ। ਓਏ ਡਰੱਕਲਾ, ਆ ਜਾ, ਮੈਂ ਦੇਖਦਾ। ਦਲੀਪ ਕਹੀ ਮੋਢੇ ਉੱਤੇ ਰੱਖ ਕੇ ਨਿੰਮ ਕੋਲ ਆ ਗਿਆ। ਇੰਨੇ ਨੂੰ ਕਹੀ ਬੋਲ ਪਈ, ਦਲੀਪ ਭਾਈ, ਚਲਾਈ ਨਾ, ਮੈਂ ਨਹੀਂ ਪੁੱਟਣੀ ਮਿੱਟੀ। ਆ ਜਾ ਭਾਈ ਦਲੀਪ। ਪਹਿਲਾਂ ਕੁਹਾੜੇ ਨੇ ਵੀ ਮੈਨੂੰ ਜਵਾਬ ਦੇ ਦਿੱਤਾ। ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ, ਪਰ ਹੁਣ ਕਹੀ ਨੇ ਵੀ ਜਵਾਬ ਦੇ ਦਿੱਤਾ। ਬਸ ਚਾਚਾ, ਹੁਣ ਤਾਂ ਨਿੰਮ ਹੀ ਬੋਲਣੋਂ ਰਹਿ ਗਈ। ਬਈ ਮੈਨੂੰ ਨਾ ਵੱਢਿਓ, ਸੋਹਣ ਨੇ ਨਿੰਮ ਵੱਲ ਨੂੰ ਹੱਥ ਕਰਕੇ ਕਿਹਾ। ਸੋਹਣ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਨਿੰਮ ਬੋਲ ਪਈ, ਹਾਂ ਭਾਈ ਸੋਹਣ, ਮੈਨੂੰ ਨਾ ਵੱਢਿਓ। ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਹ ਚਾਚਾ, ਜ਼ਰੂਰ ਕੋਈ ਗੱਲ ਹੈ। ਨਿੰਮ ਵੀ ਗੱਲਾਂ ਕਰਦੀ ਹੈ। ਨਿੰਮ ਨੂੰ ਵੱਢਣ ਵਾਲੇ ਸੰਦ ਵੀ ਬੋਲਦੇ ਐ। ਇੱਥੋਂ ਭੱਜ ਲਓ। ਦਲੀਪ ਤੇ ਸੋਹਣਾ ਭੱਜਣ ਲਈ ਤਿਆਰ ਖੜੇ ਸਨ। ਠਹਿਰੋ ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ। ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ। ਉਸ ਦੀਆਂ ਬਾਤਾਂ ਵਿੱਚ ਪਸ਼ੂ, ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ, ਪਰ ਕਹੀ, ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰ ਬੋਲਦੇ ਸੁਣੇ ਨੇ। ਉਹ ਮੂੰਹ ਵਿੱਚ ਬੁੜਬੁੜਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ। ਅਮਰੀਕ ਸਿਆਂ, ਤੇਰੇ ਦਾਦੇ ਬਸੰਤ ਸਿਉਂ ਨੇ ਖੇਤ ਵਿੱਚ 5 ਰੁੱਖ ਲਾਏ ਸਨ। ਉਹਨਾਂ ਵਿੱਚੋਂ 4 ਤਾਂ ਤੂੰ ਵੱਢ ਲਏ, ਪਰ ਉਹਨਾਂ ਰੁੱਖਾਂ ਦੀ ਥਾਂ ਉੱਤੇ ਤੂੰ ਇੱਕ ਵੀ ਰੁੱਖ ਨਹੀਂ ਲਾਇਆ। ਤੂੰ ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰਕੇ ਆ ਗਿਆ ਏਂ। ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀਵ ਜੰਤੂ ਜਿਉਂਦੇ ਨੇ। ਰੁੱਖਾਂ ਤੋਂ ਬਗੈਰ ਉਹਨਾਂ ਸਭਨਾਂ ਦਾ ਕੀ ਬਣੂ? ਹੁਣ ਨਿੰਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ। ਆ ਜਾਓ, ਰੋਟੀ ਖਾ ਲਓ। ਇੰਨੇ ਨੂੰ ਅਮਰੀਕ ਦੀ ਪਤਨੀ ਭਗਵਾਨ ਕੌਰ ਦੀ ਲੰਮੀ ਹੇਕ ਵਿੱਚ ਆਵਾਜ਼ ਸੁਣਾਈ ਦਿੱਤੀ। ਆਹ ਸੁਣ ਲੈ ਭਗਵਾਨ ਕੁਰੇ, ਨਿੰਮ ਬੋਲਦੀ ਹੈ ਬਈ, ਮੈਨੂੰ ਨਾ ਵੱਢੋ। ਅਮਰੀਕ ਸਿੰਘ ਮੱਥੇ ਉੱਤੇ ਹੱਥ ਰੱਖਦਾ ਬੋਲਿਆ, ਲੈ, ਤੁਹਾਨੂੰ ਹਰ ਵਕਤ ਮਖੌਲ ਸੁਝਦੇ ਰਹਿੰਦੇ ਨੇ। ਆਓ ਪਹਿਲਾਂ ਰੋਟੀ ਖਾ ਲਓ। ਭਗਵਾਨ ਕੌਰ ਨੇ ਖਾਲ ਦੀ ਵੱਟ ਉੱਤੇ ਰੋਟੀਆਂ ਵਾਲੀ ਟੋਕਰੀ ਤੇ ਲੱਸੀ ਵਾਲਾ ਕੁੱਜਾ ਰੱਖਦਿਆਂ ਕਿਹਾ। ਚਾਚੀ, ਸੱਚਮੁੱਚ ਨਿੰਮ ਵੀ ਬੋਲਦੀ ਹੈ।
ਤੇ ਕਹੀ ਤੇ ਕੁਹਾੜਾ ਵੀ ਸਵਾਲ ਜਵਾਬ ਕਰਦੇ ਅਸੀਂ ਕੰਨੀ ਸੁਣੇ ਨੇ। ਦਲੀਪ ਤੇ ਸੋਹਣ ਇਕੱਠੇ ਹੀ ਬੋਲ ਪਏ। ਅੱਛਾ। ਮੂੰਹ ਉੱਤੇ ਉਂਗਲੀ ਰੱਖਦੀ ਭਗਵਾਨ ਕੌਰ ਨਿੰਮ ਦੇ ਕੋਲ ਖੜ੍ਹੇ ਅਮਰੀਕ ਸਿੰਘ ਦੇ ਕੋਲ ਆ ਗਈ। ਲੈ ਮੈਂ ਵੀ ਸੁਣਾ ਭਲਾ ਨਿੰਮ ਕਿਵੇਂ ਬੋਲਦੀ ਹੁੰਦੀ ਐ। ਬੋਲ ਨਿੰਮੇ ਬੋਲ। ਭਗਵਾਨ ਕੌਰ ਖਿੜ-ਖਿੜ ਹੱਸ ਰਹੀ ਸੀ। ਭਗਵਾਨ ਕੌਰੇ, ਤੇਰੀ ਸੱਸ ਮੇਰੀਆਂ ਨਮੋਲੀਆਂ ਦਾ ਸਾਬਣ ਬਣਾਉਂਦੀ ਹੁੰਦੀ ਸੀ। ਜਦੋਂ ਅਮਰੀਕ ਸਿਉਂ ਜੰਮਿਆ ਸੀ ਤਾਂ ਤੇਰੀ ਬੇਬੇ ਜੀ ਨੇ ਮੇਰੀਆਂ ਹਰੀਆਂ ਟਾਹਣੀਆਂ ਲਿਜਾ ਕੇ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਾਈ ਸੱਚੀ ਬੋਲਦੀ ਲੱਗਦੀ ਐ ਨਿੰਮ ਤਾਂ। ਉਹ ਡਰ ਕੇ ਨਿੰਮ ਦੇ ਤਣੇ ਤੋਂ ਹੱਥ ਚੁੱਕਦੀ ਬੋਲੀ। ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਬਾਰੀ ਤੇਰੀਆਂ ਟਹਿਣੀਆਂ ਬੂਹੇ ਉੱਤੇ ਬੰਨ੍ਹ ਕੇ ਸ਼ਗਨ ਕੀਤੇ ਸਨ। ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂੰਹਦਿਆਂ ਹੋਇਆਂ ਬੋਲਦੀ ਰਹੀ। ਨਿੰਮ ਭੈਣੇ, ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ। ਮੈਂ ਆਪਣੀ ਧੀ ਲਈ ਮੰਜੇ ਤੇ ਪੀੜਾ ਬਣਵਾਉਣਾ ਏ ਤੇ ਬੈਠਕ ਦੇ ਬੂਹੇ ਬਾਰੀਆਂ ਵੀ ਬਣਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ੍ਹ ਕੇ ਖੜੀ ਹੋ ਗਈ। ਰੁੱਖਾਂ ਤੋਂ ਲੱਕੜੀ ਤਾਂ ਹੀ ਮਿਲਦੀ ਰਹੂ ਜੇ ਵੱਢਣ ਦੇ ਨਾਲ-ਨਾਲ ਰੁੱਖ ਲਾਏ ਵੀ ਜਾਂਦੇ ਰਹਿਣਗੇ। ਉਸਨੂੰ ਕਹੀ ਅਤੇ ਕੁਹਾੜੇ ਦੋਹਾਂ ਦੀ ਇਕੱਠੀ ਆਵਾਜ਼ ਸੁਣਾਈ ਦਿੱਤੀ। ਹਾਂ ਇਹ ਗੱਲ ਤਾਂ ਠੀਕ ਹੈ ਭਾਈ। ਜਦ ਮੈਂ ਵਿਆਹੀ ਆਈ ਸੀ ਤਾਂ ਆਹ ਰਾਹ ਦੇ ਦੋਹੀਂ ਪਾਸੀਂ ਬੇਰੀਆਂ ਦੀ ਪਾਲ ਹੁੰਦੀ ਸੀ। ਘਰੋਂ ਰੋਟੀ ਲੈ ਕੇ ਤੁਰਦੇ ਤਾਂ ਬੇਰਾਂ ਦੇ ਪੱਲੇ ਭਰ ਲੈਂਦੇ ਤੇ ਬੇਰ ਖਾਂਦੇ-ਖਾਂਦੇ ਖੇਤ ਪਹੁੰਚ ਜਾਂਦੇ। ਘਰਾਂ ਨੂੰ ਮੁੜਦੇ ਹੋਏ ਫੇਰ ਬੇਰਾਂ ਦੇ ਪੱਲੇ ਭਰ ਕੇ ਬੱਚਿਆਂ ਲਈ ਲੈ ਆਉਂਦੇ। ਹੁਣ ਤੇ ਖੇਤਾਂ ਤੋਂ ਪਿੰਡ ਤੱਕ ਰੜਾ ਮੈਦਾਨ ਪਿਆ ਏ। ਸੱਚਮੁੱਚ ਰੁੱਖਾਂ ਤੋਂ ਬਿਨਾਂ ਮੈਨੂੰ ਤਾਂ ਆਪ ਖੇਤ ਸੁੰਨੇ-ਸੁੰਨੇ ਲੱਗਦੇ ਐ। ਭਾਈ ਗੱਲਾਂ ਕਰਦੀ-ਕਰਦੀ ਭਗਵਾਨ ਕੌਰ ਆਪ ਉਦਾਸ ਹੋ ਗਈ। ਭਗਵਾਨ ਕੁਰੇ, ਜਦੋਂ ਦਾ ਪਿੰਡ ਵਿੱਚ ਆਰਾ ਲੱਗਿਆ ਏ, ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸਭ ਨੇ ਰੁੱਖ ਵੱਢ ਕੇ ਆਰੇ ਵਾਲਿਆਂ ਨੂੰ ਵੇਚ ਦਿੱਤੇ ਨੇ। ਸਾਡੇ ਵਾਂਗੂ ਸਾਰੇ ਲੋਕੀ ਸੁਆਰਥੀ ਹੋ ਗਏ ਨੇ। ਅਮਰੀਕ ਸਿੰਘ ਦੇ ਬੋਲਾਂ ਵਿੱਚ ਵੀ ਉਦਾਸੀ ਭਰੀ ਹੋਈ ਸੀ। ਚਾਚਾ, ਮੈਨੂੰ ਨਿੰਮ ਦੀਆਂ ਗੱਲਾਂ ਸੁਣ ਕੇ ਸਾਡੇ ਮਾਸਟਰ ਜੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਨੇ। ਮਾਸਟਰ ਜੀ ਕਹਿੰਦੇ ਹੁੰਦੇ ਸੀ, ਜੇ ਧਰਤੀ ਉੱਤੇ ਰੁੱਖ ਨਾ ਰਹੇ ਤਾਂ ਧਰਤੀ 'ਤੇ ਕੋਈ ਵੀ ਜੀਅ ਜੰਤੂ ਜਿਉਂਦਾ ਨਹੀਂ ਰਹਿ ਸਕਦਾ। ਸੋਹਣਾ ਇੰਨੀ ਗੱਲ ਕਹਿ ਕੇ ਮੱਥੇ ਉੱਤੇ ਹੱਥ ਮਾਰਦਾ ਹੋਇਆ ਖਾਲ ਦੀ ਵੱਟ 'ਤੇ ਬਹਿ ਗਿਆ। ਓਏ ਆਹੋ, ਆਕਸੀਜਨ ਦਿੰਦੇ ਆ ਰੁੱਖ, ਆਕਸੀਜਨ ਨਾਲ ਬੰਦਾ ਜਿਉਂਦਾ। ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਦਲੀਪ ਵੀ ਸੋਹਣ ਦੇ ਕੋਲ ਆ ਕੇ ਬੈਠ ਗਿਆ। ਭਗਵਾਨ ਕੁਰੇ, ਮੈਂ ਤਾਂ ਕਹਿੰਦਾ ਬਈ ਸਾਡੇ ਨਾਲੋਂ ਤਾਂ ਕਹੀ ਤੇ ਕੁਹਾੜਾ ਹੀ ਚੰਗੇ ਨੇ। ਜਾਂ ਫਿਰ ਮੇਰਾ ਪੁੱਤ ਗੁਰਦੀਪ, ਜਿਸ ਨੇ ਨਿੰਮ ਵੱਢਣ ਤੋਂ ਮੈਨੂੰ ਬੜਾ ਰੋਕਿਆ, ਪਰ ਮੈਂ ਹੀ ਲਾਲਚੀ ਹੋ ਗਿਆ ਸੀ। ਚਾਚਾ ਜਾਪਦਾ ਗੁਰਦੀਪ ਖੇਤ ਵਿੱਚ ਲਾਉਣ ਲਈ ਬੂਟੇ ਲੈ ਕੇ ਆ ਗਿਆ। ਦਲੀਪ ਉੱਠ ਕੇ ਪਿੰਡ ਵੱਲ ਦੇਖਦਾ ਬੋਲਿਆ। ਓਏ ਆਹੋ, ਸਵੇਰੇ ਸ਼ਹਿਰ ਨੂੰ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਸੀ ਗੁਰਦੀਪ, ਬਈ ਬੂਟੇ ਲਾਉਣ ਲਈ ਟੋਏ ਪੁੱਟ ਕੇ ਰੱਖਿਓ। ਉਹ ਕਹਿੰਦਾ ਸੀ ਕਿ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ ਹੈ। ਜਿੰਨੇ ਸਾਲ ਉਮਰ ਦੇ ਓਨੇ ਰੁੱਖਾਂ ਦੇ ਬੂਟੇ। ਨਿੰਮ ਭੈਣ ਦੇਖ ਲੈ, ਮੇਰੇ ਪੁੱਤ ਗੁਰਦੀਪ ਨੇ ਤੇਰੇ ਹੱਕ ਦੀ ਗੱਲ ਕੀਤੀ ਐ। ਨਿੰਮ ਵੱਲ ਮੂੰਹ ਕਰਕੇ ਭਗਵਾਨ ਕੌਰ ਨੇ ਦੋਵੇਂ ਹੱਥ ਜੋੜੇ। ਚੱਲ ਬਈ ਦਲੀਪ, ਬੂਟੇ ਲਾਉਣ ਲਈ ਟੋਏ ਪੁੱਟਣੇ ਸ਼ੁਰੂ ਕਰੀਏ। ਅਮਰੀਕ ਸਿੰਘ ਨੇ ਗੁਰਦੀਪ ਨੂੰ ਬੂਟੇ ਚੁੱਕੀ ਆਉਂਦਿਆਂ ਦੇਖ ਕੇ ਕਿਹਾ। ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਹੀ ਖਿੜ-ਖਿੜ ਹੱਸਣ ਲੱਗ ਪਈ। ਔਖੇ ਸ਼ਬਦਾਂ ਦੇ ਅਰਥ। ਸੁਬਕ ਤੇ ਸਵੇਰ ਵੇਲੇ, ਬੇਰੋਕ, ਰੋਕੇ ਬਿਨਾਂ, ਤਰਬਕ ਕੇ, ਡਰ ਕੇ, ਡੌਰ-ਭੌਰ ਹੋਣਾ, ਹੈਰਾਨ ਹੋ ਜਾਣਾ, ਸਪਸ਼ਟ, ਸਾਫ਼-ਸਾਫ਼। ਖਾਲ, ਖੇਤਾਂ ਵਿੱਚ ਕਿਆਰੀਆਂ ਤੱਕ ਪਾਣੀ ਲਿਜਾਣ ਲਈ 2 ਵੱਟਾਂ ਦੇ ਵਿਚਕਾਰਲੀ ਜਗ੍ਹਾ। ਕੁੱਜਾ, ਮਿੱਟੀ ਦਾ ਛੋਟਾ ਘੜੇ ਵਰਗਾ ਭਾਂਡਾ। ਨਮੋਲੀਆਂ, ਨਿੰਮ ਨੂੰ ਲੱਗਣ ਵਾਲਾ ਫਲ। ਹੱਥ ਬੰਨ੍ਹ ਕੇ ਖੜ੍ਹਨਾ, ਹੱਥ ਜੋੜ ਕੇ ਖੜ੍ਹੇ ਹੋਣਾ। ਪਾਲ, ਕਤਾਰ। ਅੜਿੱਕਾ, ਰੋਕ, ਸ਼ਹਿ, ਚੀਜ਼, ਧੀਰਜ, ਹੌਸਲਾ, ਡਰਾਕਲਾਂ, ਡਰਪੋਕ ਜਿਹਾ। ਤਰੇਲੀਆਂ ਆਉਣੀਆਂ, ਡਰ ਨਾਲ ਘਬਰਾ ਜਾਣਾ। ਬੈਠਕ, ਘਰ ਵਿੱਚ ਬੈਠਣ ਵਾਲਾ ਕਮਰਾ। ਸੁਆਰਥੀ, ਸਵਾਰਥ ਮਤਲਬ ਕੱਢਣ ਵਾਲਾ। ਰੜਾ, ਖਾਲੀ। ਕੁਝ ਹੋਰ ਯਾਦ ਰੱਖਣ ਯੋਗ ਗੱਲਾਂ। ਰੁੱਖ ਵੀ ਸੰਜੀਵ ਹੁੰਦੇ ਹਨ। ਇਹ ਵੀ ਸਾਡੇ ਵਾਂਗ ਖਾਂਦੇ ਪੀਂਦੇ ਤੇ ਮਹਿਸੂਸ ਕਰਦੇ ਹਨ। ਸਾਨੂੰ ਧਰਤੀ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਵੱਧ ਤੋਂ ਵੱਧ ਰੁੱਖ ਲਾਉਣੇ ਚਾਹੀਦੇ ਹਨ। ਰੁੱਖਾਂ ਤੋਂ ਸਾਨੂੰ ਸਾਹ ਲੈਣ ਲਈ ਸ਼ੁੱਧ ਅਤੇ ਸਾਫ਼ ਆਕਸੀਜਨ ਮਿਲਦੀ ਹੈ। ਹਰ ਬੱਚੇ ਨੂੰ ਆਪਣੇ ਜਨਮ ਦਿਨ 'ਤੇ ਇੱਕ ਰੁੱਖ ਜ਼ਰੂਰ ਲਾਉਣਾ ਚਾਹੀਦਾ ਹੈ। ਹੁਣ ਬੱਚਿਓ ਆਪਾਂ ਇਸ ਦਾ ਪਾਠ ਅਭਿਆਸ ਕਰਦੇ ਹਾਂ। ਜ਼ੁਬਾਨੀ ਅਭਿਆਸ। ਪ੍ਰਸ਼ਨ ਨੰਬਰ 1 ਹੈਗਾ, ਅਮਰੀਕ ਸਿੰਘ ਨੂੰ ਕੁਹਾੜੇ ਨੇ ਕੀ ਕਿਹਾ? ਉੱਤਰ,
ਅਮਰੀਕ ਸਿੰਘ ਨੂੰ ਕੁਹਾੜੇ ਨੇ ਕਿਹਾ, ਉਹ ਹੁਣ ਰੁੱਖ ਨਹੀਂ ਵੱਢ ਸਕਦਾ। ਪ੍ਰਸ਼ਨ ਨੰਬਰ 2 ਹੈਗੇ ਸਾਡੇ ਕੋਲ, ਕੰਬਾਈਨ ਕੀ ਹੁੰਦੀ ਹੈ? ਕੰਬਾਈਨ ਨਾਲ ਕਣਕ ਦੀ ਵਢਾਈ ਤੇ ਗੁਹਾਈ ਕੀਤੀ ਜਾਂਦੀ ਹੈ। ਕੰਬਾਈਨ ਕੀ ਹੁੰਦੀ ਹੈ ਬੱਚਿਓ? ਕਣਕ ਦੀ ਵਢਾਈ ਤੇ ਗੁਹਾਈ ਕੀਤੀ ਜਾਂਦੀ ਹੈ। ਨੰਬਰ 3 ਹੈਗਾ ਪ੍ਰਸ਼ਨ, ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ? ਭਗਵਾਨ ਕੌਰ ਦੀ ਸੱਸ ਕਿਸ ਚੀਜ਼ ਤੋਂ ਸਾਬਣ ਬਣਾਉਂਦੀ ਸੀ? ਭਗਵਾਨ ਕੌਰ ਦੀ ਸੱਸ ਨਿੰਮ ਦੀਆਂ ਨਿਮੋਲੀਆਂ ਤੋਂ ਸਾਬਣ ਬਣਾਉਂਦੀ ਸੀ। ਪ੍ਰਸ਼ਨ ਨੰਬਰ 4 ਹੈਗਾ ਸਾਡੇ ਕੋਲ, ਕਹਾਣੀ ਵਿੱਚ ਆਪਣਾ ਜਨਮ ਦਿਨ ਬੂਟੇ ਲਾ ਕੇ ਕਿਸ ਨੇ ਮਨਾਇਆ? ਕਹਾਣੀ ਵਿੱਚ ਆਪਣਾ ਜਨਮ ਦਿਨ ਬੂਟੇ ਲਾ ਕੇ ਗੁਰਦੀਪ ਨੇ ਮਨਾਇਆ। ਕਹਾਣੀ ਵਿੱਚ ਗੁਰਦੀਪ ਨੇ ਜਨਮ ਦਿਨ ਬੂਟੇ ਲਾ ਕੇ ਮਨਾਇਆ। ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਨੰਬਰ 1, ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜ੍ਹੇ ਨਿੰਮ ਦੇ ਰੁੱਖ ਨੂੰ ਕਿਉਂ ਵੱਢਣਾ ਚਾਹੁੰਦਾ ਸੀ? ਅਮਰੀਕ ਸਿੰਘ ਆਪਣੇ ਖੇਤ ਵਿੱਚ ਖੜ੍ਹੇ ਨਿੰਮ ਦੇ ਰੁੱਖ ਨੂੰ ਇਸ ਕਰਕੇ ਵੱਢਣਾ ਚਾਹੁੰਦਾ ਸੀ ਕਿਉਂਕਿ ਉਹ ਹਰ ਸਾਲ ਕਣਕ ਤੇ ਝੋਨੇ ਦੀ ਵਾਢੀ ਸਮੇਂ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਕਰ ਲਿਆ ਸੀ। ਨੰਬਰ 2, ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਕਿਉਂ ਇਨਕਾਰ ਕਰ ਦਿੱਤਾ? ਕੁਹਾੜੇ ਨੇ ਨਿੰਮ ਦੇ ਰੁੱਖ ਨੂੰ ਵੱਢਣ ਤੋਂ ਇਨਕਾਰ ਇਸ ਕਰਕੇ ਕਰ ਦਿੱਤਾ ਸੀ ਕਿਉਂਕਿ ਖੇਤ ਵਿੱਚ ਇੱਕੋ ਰੁੱਖ ਰਹਿ ਗਿਆ ਸੀ। ਉਹ ਸਮਝਦਾ ਸੀ ਜੇਕਰ ਇਹ ਰੁੱਖ ਵੀ ਵੱਢ ਦਿੱਤਾ ਤਾਂ ਪੰਛੀ ਆਲ੍ਹਣਾ ਕਿੱਥੇ ਪਾਉਣਗੇ, ਉਹ ਆਂਡੇ ਕਿੱਥੇ ਦੇਣਗੇ, ਮੀਂਹ ਹਨੇਰੀ ਵਿੱਚ ਉਹਨਾਂ ਦਾ ਕੀ ਬਣੇਗਾ। ਇਸ ਕਰਕੇ ਉਸਨੇ ਰੁੱਖ ਨੂੰ ਵੱਢਣ ਤੋਂ ਇਨਕਾਰ ਕਰ ਦਿੱਤਾ ਸੀ। ਪ੍ਰਸ਼ਨ ਨੰਬਰ 3 ਹੈਗੇ, ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹੜੀਆਂ ਗੱਲਾਂ ਆਖੀਆਂ? ਨਿੰਮ ਦੇ ਰੁੱਖ ਨੇ ਅਮਰੀਕ ਸਿੰਘ ਨੂੰ ਕਿਹਾ, ਉਸਦੇ ਦਾਦੇ ਬਸੰਤ ਸਿੰਘ ਨੇ ਖੇਤ ਵਿੱਚ 5 ਰੁੱਖ ਲਾਏ ਸਨ। ਉਹਨਾਂ ਵਿੱਚੋਂ 4 ਉਸਨੇ ਵੱਢ ਲਏ ਸਨ, ਪਰ ਉਹਨਾਂ ਦੀ ਥਾਂ 'ਤੇ ਉਸਨੇ ਇੱਕ ਰੁੱਖ ਵੀ ਨਹੀਂ ਲਾਇਆ। ਰੁੱਖਾਂ ਉੱਤੇ ਸਾਰੇ ਜੀਵ ਜੰਤੂ ਰਹਿੰਦੇ ਹਨ, ਰੁੱਖਾਂ ਤੋਂ ਬਗੈਰ ਉਹਨਾਂ ਦਾ ਕੀ ਬਣੇਗਾ, ਇਸ ਕਰਕੇ ਉਹ ਰੁੱਖ ਨਾ ਵੱਢੇ। ਨੰਬਰ 4, ਕਹੀ ਕਿਉਂ ਹੱਸ ਪਈ ਸੀ? ਕਹੀ ਇਸ ਕਰਕੇ ਹੱਸ ਪਈ ਸੀ ਕਿਉਂਕਿ ਉਸਨੇ ਦੇਖਿਆ ਸੀ ਕਿ ਅਮਰੀਕ ਸਿੰਘ ਨੇ ਉਸਨੂੰ ਨਿੰਮ ਵੱਢਣ ਲਈ ਵਰਤਣ ਦੀ ਥਾਂ ਨਵੇਂ ਰੁੱਖ ਲਾਉਣ ਖਾਤਰ ਟੋਏ ਪੁੱਟਣ ਲਈ ਵਰਤਣ ਦਾ ਫੈਸਲਾ ਕਰ ਲਿਆ ਸੀ। ਪ੍ਰਸ਼ਨ ਨੰਬਰ 5, ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਕੀ ਮਹੱਤਤਾ ਹੈ? ਰੁੱਖਾਂ ਦੀ ਮਨੁੱਖੀ ਜੀਵਨ ਵਿੱਚ ਭਾਰੀ ਮਹੱਤਤਾ ਹੈ। ਅਸਲ ਵਿੱਚ ਮਨੁੱਖੀ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ। ਰੁੱਖ ਮਨੁੱਖ ਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ। ਇਸ ਤੋਂ ਇਲਾਵਾ ਖਾਣ ਲਈ ਫਲ ਅਤੇ ਬੂਹੇ ਬਾਰੀਆਂ, ਮੰਜੇ ਪੀੜ੍ਹੀਆਂ ਅਤੇ ਬਾਲਣ ਲਈ ਲੱਕੜ ਦਿੰਦੇ ਹਨ। ਇਸ ਤੋਂ ਇਲਾਵਾ ਨਿੰਮ ਵਰਗੇ ਰੁੱਖਾਂ ਦੇ ਪੱਤਿਆਂ, ਫਲਾਂ ਆਦਿ ਤੋਂ ਕਈ ਹੋਰ ਲੋੜ ਦੀਆਂ ਚੀਜ਼ਾਂ ਬਣਦੀਆਂ ਹਨ। ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋਂ। ਨੰਬਰ 1 ਹੈਗਾ ਕਹੀ। ਕਿਸਾਨ ਖੇਤੀ ਕਰਨ ਲਈ ਕਹੀ ਦੀ ਵਰਤੋਂ ਕਰਦਾ ਹੈ। ਨਿੰਮ ਵਿੱਚ ਕਈ ਗੁਣ ਮੌਜੂਦ ਹੁੰਦੇ ਹਨ। ਰੁੱਖ ਇਨਸਾਨ ਨੂੰ ਆਕਸੀਜਨ ਦਿੰਦੇ ਹਨ। ਧਰਤੀ ਗੋਲ ਹੈ। ਨਿੰਮ ਦੇ ਫਲ ਨੂੰ ਨਿਮੋਲੀਆਂ ਕਹਿੰਦੇ ਹਨ। ਵਚਨ ਬਦਲੋ। ਕਹੀ ਕਈਆਂ, ਬੇਰੀ ਬੇਰੀਆਂ, ਰੁੱਖ ਰੁੱਖਾਂ, ਕਣਕ ਕਣਕਾਂ। ਰੋਟੀ ਰੋਟੀਆਂ, ਪੰਛੀ ਪੰਛੀਆਂ, ਲੱਕੜੀ ਲੱਕੜੀਆਂ, ਜੜ ਜੜਾਂ, ਗੱਲ ਗੱਲਾਂ, ਖੇਤ ਖੇਤਾਂ। ਇਹ ਤੋਂ ਬਾਅਦ ਸਾਡਾ ਭਾਗ ਹੈਗਾ ਕਲਪਨਾਮਈ ਸਿਰਜਣਾਤਮਕ ਪਰਖ। ਜੇ ਮਨੁੱਖਾਂ ਵਾਂਗ ਰੁੱਖ ਵੀ ਬੋਲਦੇ ਹੁੰਦੇ ਤਾਂ ਉਹ ਕੀ ਕਰਦੇ? ਸਭ ਤੋਂ ਪਹਿਲਾਂ ਆਪਣੇ ਆਲੇ ਦੁਆਲੇ ਵਿੱਚ ਰੌਲਾ ਪਿਆ ਰਹਿਣਾ ਸੀ ਕਿਉਂਕਿ ਉਹ ਵੀ ਗੱਲਾਂ ਕਰਦੇ ਅਤੇ ਆਪਸ ਦੇ ਵਿੱਚ ਰੌਲਾ ਪਾਉਂਦੇ। ਨੰਬਰ 2, ਇਸ ਸੁਹਾਵਣੇ ਅਤੇ ਮੀਂਹ ਦੇ ਮੌਸਮ ਵਿੱਚ ਮਿੱਠਾ ਮਿੱਠਾ ਗਾ ਰਹੇ ਹੁੰਦੇ ਅਤੇ ਖੁਸ਼ ਹੁੰਦੇ ਅਤੇ ਨੱਚਦੇ। ਆਪਣੀ ਮਰਜ਼ੀ ਨਾਲ ਇਨਸਾਨ ਨੂੰ ਹਰ ਚੀਜ਼ ਦਿੰਦੇ। ਸਿਆਣੇ ਰੁੱਖ ਮਨੁੱਖ ਨੂੰ ਸਮਝਾਉਣ ਦਾ ਯਤਨ ਕਰਦੇ ਕਿ ਉਹਨਾਂ ਲਈ ਕਿੰਨੇ ਲਾਭਦਾਇਕ ਹਨ। ਇਸ ਪਾਠ ਵਿੱਚ ਆਏ 5 ਸੰਦਾਂ ਦੇ ਨਾਂ ਲਿਖੋ। ਜਿਵੇਂ ਕੁਹਾੜਾ, ਠੀਕ ਹੈ, ਕਹੀ, ਕੁਹਾੜਾ, ਆਰੀ, ਹਥੌੜਾ, ਪਲਾਸ। ਆਮ ਵਰਤੇ ਜਾਂਦੇ ਸੰਦਾਂ ਦੇ ਨਾਂ ਲਿਖਣੇ ਨੇ। ਕਹੀ, ਕੁਹਾੜਾ, ਆਰੀ, ਹਥੌੜਾ, ਪਲਾਸ। ਸ਼ੁੱਧ ਕਰਕੇ ਲਿਖੋ। ਆਲ੍ਹਣਾ ਇਸ ਤਰ੍ਹਾਂ ਲਿਖਿਆ ਜਾਏਗਾ, ਠੀਕ ਹੈ। ਮੀਂਹ ਮੀਂਹ, ਰੁੱਖ ਰੁੱਖ, ਨਿੰਮ ਸ਼ਹਿਰ, ਮੂੰਹੋਂ। ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਬੱਚਿਓ। ਦਿੱਤੀਆਂ ਗਈਆਂ ਖਾਲੀ ਥਾਵਾਂ ਵਿੱਚ ਢੁਕਵੀਂ ਕਿਰਿਆ ਲਿਖੋ। ਕੰਬਾਈਨ ਨੂੰ ਬੇਰੋਕ ਲਈ ਰੁੱਖ ਵੱਢਣ ਦਾ ਇਰਾਦਾ ਬਣਾਇਆ। ਚਲਾਉਣ। ਕੁਹਾੜਾ ਧੀਰਜ ਨਾਲ ਬੋਲਿਆ। ਪਹਿਲਾਂ ਰੋਟੀ ਖਾ ਲਓ। ਨੰਬਰ 4, ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਹੈ ਮਨਾਉਣਾ। ਭਗਵਾਨ ਕੌਰ ਖਿੜਖਿੜ ਰਹੀ ਸੀ। ਹੱਸ।
ਇਸ ਤੋਂ ਬਾਅਦ ਹੈਗਾ ਆਪਣੇ ਸਕੂਲ ਦੇ ਮੁੱਖ ਅਧਿਆਪਕ ਜਾਂ ਅਧਿਆਪਕਾਂ ਨੂੰ 5ਵੀਂ ਪਾਸ ਕਰਕੇ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਲਈ ਅਰਜ਼ੀ ਲਿਖੋ। ਸੇਵਾ ਵਿਖੇ ਮੁੱਖ ਅਧਿਆਪਕ ਜੀ, ਸਰਕਾਰੀ ਪ੍ਰਾਇਮਰੀ ਸਕੂਲ ਲੁਧਿਆਣਾ। ਵਿਸ਼ਾ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸੰਬੰਧੀ। ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੇਰੇ ਪਿਤਾ ਜੀ ਸਰਕਾਰੀ ਨੌਕਰੀ ਕਰਦੇ ਹਨ। ਮੈਂ ਹੁਣ ਉਹਨਾਂ ਦੀ ਅਚਾਨਕ ਪਟਿਆਲਾ ਵਿਖੇ ਬਦਲੀ ਹੋ ਗਈ ਹੈ। ਮੇਰਾ ਸਾਰਾ ਪਰਿਵਾਰ ਉਹਨਾਂ ਨਾਲ ਜਾਣ ਕਰਕੇ ਮੇਰਾ ਜਾਣਾ ਵੀ ਜ਼ਰੂਰੀ ਹੈ। ਇਸ ਕਰਕੇ ਮੇਰਾ ਆਪ ਦੇ ਸਕੂਲ ਵਿੱਚ ਪੜ੍ਹਾਈ ਜਾਰੀ ਰੱਖਣਾ ਮੁਸ਼ਕਿਲ ਹੈ। ਕਿਰਪਾ ਕਰਕੇ ਮੇਰਾ ਸਕੂਲ ਛੱਡਣ ਦਾ ਸਰਟੀਫਿਕੇਟ ਜਾਰੀ ਕੀਤਾ ਜਾਵੇ ਤਾਂ ਜੋ ਮੈਂ ਉਹਨਾਂ ਨਾਲ ਪਟਿਆਲੇ ਜਾ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਸਕਾਂ। ਮੈਂ ਆਪ ਜੀ ਦਾ ਧੰਨਵਾਦੀ ਹੋਵਾਂਗਾ। ਆਪ ਜੀ ਦਾ ਆਗਿਆਕਾਰ। ਨਾਮ, ਜਮਾਤ ਇੱਥੇ 5ਵੀਂ ਲਿਖਣੀ ਹੈ, ਠੀਕ ਹੈ। ਰੋਲ ਨੰਬਰ ਲਿਖਣਾ ਆਪਣਾ ਅਤੇ ਮਿਤੀ ਲਿਖੀ ਹੋਈ ਹੈ। ਤਾਂ ਬੱਚਿਓ, ਇਹ ਪਾਠ ਹੈ ਜਿਹੜਾ ਪੂਰਾ ਹੋ ਚੁੱਕਿਆ ਹੈ। ਅਗਲਾ ਪਾਠ ਜਲਦ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।